ਤਾਂ ਉਹ ਸੱਚ ਸਾਹਮਣੇ ਆ ਜਾਂਦਾ ਆ। ਜਿੱਦਾਂ ਕੈਪਟਨ ਕਾਂਗਰਸ ਸਰਕਾਰ ਨੇ ਜਦੋਂ ਤਾਂ ਉਹਨਾਂ ਨੇ ਵਾਅਦਾ ਕੀਤਾ ਸੀ, ਗੁਟਕਾ ਸਾਹਿਬ ਵੀ ਮੱਥੇ ਨੂੰ ਲਾ ਲਿਆ, ਦਮਦਮਾ ਸਾਹਿਬ ਵੱਲ ਨੂੰ ਹੱਥ ਵੀ ਕਰ ਦਿੱਤਾ ਸੀ, ਦਸ਼ਮੇਸ਼ ਪਿਤਾ ਦੀ ਸਹੁੰ ਵੀ ਖਾ ਲਈ ਸੀ, ਲੇਕਿਨ ਉਹ ਮੁੱਖ ਮੰਤਰੀ ਕਾਂਗਰਸ ਦਾ ਝੂਠਾ ਇੰਨਾ ਸਾਬਤ ਹੋਇਆ ਕਿ ਜਿਹੜਾ 4 ਹਫ਼ਤਿਆਂ 'ਚ ਨਸ਼ਾ ਖਤਮ ਕਰਾਂਗਾ ਉਹ ਪਿਛਲੇ ਮਹੀਨੇ ਮੁੱਕਰ ਗਿਆ। ਕਾਂਗਰਸ ਦਾ ਮੁੱਖ ਮੰਤਰੀ ਬੇਰੁਜ਼ਗਾਰ ਨੌਜਵਾਨਾਂ ਨੂੰ ਭੱਤਾ ਦੇਣ ਦੇ ਨਾਂ 'ਤੇ ਮੁੱਕਰ ਗਿਆ, ਗਰੀਬਾਂ ਨੂੰ ਖੰਡ ਦਾਲ ਘਿਓ ਦੇਣ ਦੇ ਨਾਂ 'ਤੇ ਮੁੱਕਰ ਗਿਆ, 51,000 ਸ਼ਗਨ ਦੇਣ ਦੇ ਨਾਂ 'ਤੇ ਮੁੱਕਰ ਗਿਆ, ਔਰ ਘਰ ਘਰ ਨੌਕਰੀ ਦੇਣ 'ਤੇ ਨੌਜਵਾਨਾਂ ਮੁੱਕਰ ਗਿਆ, ਹਰ ਚੀਜ਼ 'ਚ ਮੁੱਕਰ ਗਿਆ। 2 ਅਪ੍ਰੈਲ ਦੀ ਰੈਲੀ ਪਿਛਲੇ 2, 3, 4, 5 ਸਾਲਾਂ 'ਚ ਕੋਈ ਵੀ ਰਾਜਨੀਤਿਕ ਪਾਰਟੀ ਐਡੀ ਵੱਡੀ ਰੈਲੀ ਨਹੀਂ ਕਰ ਸਕੀ ਜਿਹੜੀ 2 ਅਪ੍ਰੈਲ ਨੂੰ ਅਸੀਂ ਰੋਪੜ ਕੀਤੀ ਹੈ। 2 ਅਪ੍ਰੈਲ ਨੂੰ ਰੋਪੜ ਕੀਤੀ ਔਰ ਉਹਦੇ ਨਾਲ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਆ ਉਹ ਹਿੱਲ ਜੁਲੀਆਂ। ਮਨਪ੍ਰੀਤ ਬਾਦਲ ਨੇ 6% ਵੋਟ ਲਈ ਆ, ਅਗਲੀ ਵਾਰੀ ਇਲੈਕਸ਼ਨ ਲੜਨ ਦਾ ਹੌਸਲਾ ਨਹੀਂ ਪਿਆ। ਵਾਈ ਨਾਟ ਭੈਣ ਜੀ ਨੇ ਫੈਸਲਾ ਕਰਨਾ ਇਸ ਗੱਲ ਦਾ, ਔਰ ਅਸੀਂ ਭੈਣ ਜੀ ਦੇ ਨਾਲ ਖੜੇ ਆ। ਜੇਕਰ ਉਹ ਉਹਨਾਂ ਦਾ ਹੱਥ ਫੜਦੇ ਆ ਜਾਂ ਛੱਡਦੇ ਆ, ਅਸੀਂ ਫੜਦੇ ਆ ਤਾਂ ਵੀ ਨਾਲ ਖੜੇ ਆ, ਜੇ ਛੱਡਦੇ ਆ ਤਾਂ ਵੀ ਨਾਲ ਖੜੇ। ਅਸੀਂ ਆਪਣੀ ਨੇਤਾ ਨਾਲ ਖੜੇ ਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਜਲੰਧਰ ਦੇ ਵਿੱਚ ਵੱਡਾ ਬਿਆਨ ਦਿੱਤਾ ਹੈ। ਉਹਨਾਂ ਆਖਿਆ ਕਿ ਜੇਕਰ 2022 ਦੇ ਵਿੱਚ ਸਾਡੀ ਸਰਕਾਰ ਆਉਂਦੀ ਹੈ ਤਾਂ ਉਪ ਮੁੱਖ ਮੰਤਰੀ ਦਾ ਚਿਹਰਾ ਦਲਿਤ ਹੋਵੇਗਾ। ਬੀਐਸਪੀ ਦੇ ਲੀਡਰਾਂ ਦੇ ਵਿੱਚ ਹਲਚਲ ਹੋਣੀ ਸ਼ੁਰੂ ਹੋ ਚੁੱਕੀ ਹੈ। ਤਾਂ ਸਵਾਲ ਬਣਦੇ ਨੇ ਕਿ ਕੀ ਅਕਾਲੀ ਦਲ ਦੀ ਬੀਐਸਪੀ ਦੇ ਨਾਲ ਕੋਈ ਗੱਲਬਾਤ ਹੋਈ ਹੈ ਜਾਂ ਫਿਰ ਨਹੀਂ। ਮੇਰੇ ਨਾਲ ਬੀਐਸਪੀ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜੀ ਮੌਜੂਦ ਆ, ਗੱਲਬਾਤ ਕਰਦੇ ਆ। ਗੜੀ ਸਾਹਿਬ, ਕੋਈ ਗੱਲਬਾਤ ਹੋਈ ਹੈ ਅਕਾਲੀ ਦਲ ਨਾਲ? ਕਹਿੰਦੇ ਨੇ ਕਿ ਅਸੀਂ ਉਪ ਮੁੱਖ ਮੰਤਰੀ ਦਾ ਚਿਹਰਾ ਬਣਾ ਦਿਆਂਗੇ ਦਲਿਤ ਜੇ ਸਰਕਾਰ ਆਉਂਦੀ ਹੈ। ਤੇ ਨਹੀਂ, ਹਲੇ ਇਦਾਂ ਦੀ ਗੱਲਬਾਤ ਜਿਹੜੀ ਆ ਬਹੁਜਨ ਸਮਾਜ ਪਾਰਟੀ ਰਾਸ਼ਟਰੀ ਪਾਰਟੀ ਆ, ਔਰ ਕੋਈ ਵੀ ਗੱਲਬਾਤ ਜਿਹੜੀ ਹੋਣੀ ਆ ਉਹ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਉਹਨਾਂ ਦੇ ਨਾਲ ਹੋਣੀ ਆ। ਇਸ ਕਰਕੇ ਜਿਹੜਾ ਮਾਨਯੋਗ ਸੁਖਬੀਰ ਬਾਦਲ ਜੀ ਦਾ ਬਿਆਨ ਆਇਆ, ਹੋ ਸਕਦਾ ਉਹਨਾਂ ਦੀ ਇਨਰ ਪਾਰਟੀ ਪੋਲਿਟਿਕਸ ਹੋਵੇ। ਪੋਲਿਟਿਕਸ ਕਿਵੇਂ ਹੋ ਸਕਦੀ ਹੈ? ਕਿ ਵੋਟਾਂ ਖਿੱਚਣ ਦੀ ਰਾਜਨੀਤੀ ਹੋ ਸਕਦੀ ਹੈ ਕਿ ਜਾਂ ਤੁਹਾਡੀ ਪਾਰਟੀ ਨੂੰ ਇੱਕ ਸੰਦੇਸ਼ ਦਿੱਤਾ ਉਹਨਾਂ ਨੇ? ਨਹੀਂ, ਸਾਡਾ ਸੰਦੇਸ਼ ਤਾਂ ਸਿਰਫ ਭੈਣ ਕੁਮਾਰੀ ਮਾਇਆਵਤੀ ਜੀ ਤੋਂ ਆਉਣਾ ਆ। ਅਸੀਂ ਸਿਰਫ ਭੈਣ ਕੁਮਾਰੀ ਮਾਇਆਵਤੀ ਜੀ ਜੋ ਰਾਸ਼ਟਰੀ ਪ੍ਰਧਾਨ ਆ, ਅਸੀਂ ਤਾਂ ਸਿਰਫ ਉਹਨਾਂ ਦਾ ਹੀ ਸੰਦੇਸ਼ ਸੁਣਨਾ ਆ, ਉਹਨਾਂ ਦਾ ਹੀ ਮੰਨਣਾ ਆ। ਔਰ ਹਰ ਪਾਰਟੀ ਨੂੰ ਆਪਣੇ ਆਪਣੇ ਪਲੇਟਫਾਰਮ ਦੇ ਉੱਤੇ ਕੋਈ ਵੀ ਐਲਾਨ ਕਰਨ ਦਾ ਅਧਿਕਾਰ ਹੈ। ਔਰ ਜੇਕਰ ਉਹਨਾਂ ਨੇ ਇੱਦਾਂ ਦਾ ਕੋਈ ਬਿਆਨ ਜਾਰੀ ਕੀਤਾ ਜਿਹੜਾ ਅਸੀਂ ਸੁਣਿਆ ਆ, ਉਹ ਬਹੁਜਨ ਸਮਾਜ ਪਾਰਟੀ ਦਾ ਉਹਦਾ ਸਵਾਗਤ ਹੀ ਕਰਦੀ ਹੈ। ਕਿਉਂਕਿ ਪੰਜਾਬ ਅੱਜ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਹੈ, ਔਰ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਦੀ ਦੇਣ ਹੈ, ਉਹਨਾਂ ਦੇ ਵੋਟ ਰਾਈਟ ਦੀ ਦੇਣ ਹੈ ਜਿਹੜਾ ਬਾਬਾ ਸਾਹਿਬ ਅੰਬੇਡਕਰ ਨੇ ਦਿੱਤਾ। ਔਰ ਜਿਹੜਾ ਦਸ਼ਮੇਸ਼ ਪਿਤਾ ਦਾ ਇੱਕ ਸੰਕਲਪ ਸੀ, ਇਨ ਗਰੀਬ ਸਿੱਖਣ ਕੋ ਦਹਿ ਪਾਤਸ਼ਾਹੀ, ਔਰ ਉਹਨਾਂ ਨੇ ਕਲਗੀ ਦਲਿਤ ਭਾਈ ਸੰਗਤ ਸਿੰਘ ਦੇ ਸਿਰ ਤੇ ਲਗਾਈ। ਇੱਦਾਂ ਦਾ ਅਸੀਂ ਇਤਿਹਾਸ ਪੜ੍ਹਦੇ ਰਹੇ ਛੋਟੇ ਹੁੰਦੇ। ਉਹ ਕਲਗੀਆਂ ਦੇਣ ਦੀ ਗੱਲ ਜੇ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਪਾਰਟੀ ਮੰਨਦਾ ਹੈ ਔਰ ਉਹਨਾਂ ਨੇ ਬਿਆਨ ਦਿੱਤਾ, ਤਾਂ ਮੈਨੂੰ ਇੱਦਾਂ ਲੱਗਦਾ ਕਿ ਜਿੱਥੇ ਉਹਨਾਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ, ਉੱਥੇ ਇੱਦਾਂ ਵੀ ਸੰਭਾਵਨਾ ਬਣੀ ਆ ਕਿ ਉਹ ਮੁੜ ਕੇ ਪੰਥਕ ਸੋਚ ਵੱਲ ਨੂੰ ਮੁੜੇ ਆ। ਔਰ ਬਹੁਜਨ ਸਮਾਜ ਪਾਰਟੀ ਇਹਦਾ ਵੀ ਸਵਾਗਤ ਕਰਦੀ ਆ, ਕਿਉਂਕਿ ਜਿਹੜੀ ਸਿੱਖ ਧਿਰਾਂ ਨੇ, ਜਿਹੜੀ ਅਕਾਲੀ ਦਲ ਸਿੱਖ ਧਿਰਾਂ ਦੀ ਨੁਮਾਇੰਦਗੀ ਕਰਦੀ ਆ, ਇਹ ਵੀ ਦੇਸ਼ ਦੇ ਵਿੱਚ ਕਾਂਗਰਸ ਬੀਜੇਪੀ ਨੇ ਬੁਰੀ ਤਰ੍ਹਾਂ ਕੁਚਲੇ ਆ। 1984 'ਚ ਟੈਂਕ ਤੋਪਾਂ ਚਾੜ ਦਿੱਤੀਆਂ, 84 ਤੋਂ ਲੈ ਕੇ 94 ਤੱਕ ਇੱਥੇ ਬੰਦੂਕ ਦਾ ਰਾਜ ਰਿਹਾ, ਕਾਂਗਰਸ ਨੇ ਇੱਥੇ ਗੋਲੀ ਦਾ ਰਾਜ ਚਲਾਇਆ। ਔਰ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਪੰਜਾਬ ਦਾ ਹਾਲ ਕੀਤਾ ਆ, ਪਿਛਲੇ 150 ਦਿਨ ਲਗਭਗ ਹੋਣੇ ਵਾਲੇ ਹੋਣੇ ਆ ਕਿ ਕਾਂਗਰਸ ਦਿੱਲੀ ਦੀਆਂ ਬਰੂਹਾਂ 'ਤੇ ਬੈਠਾ, ਲੇਕਿਨ ਬੀਜੇਪੀ ਕੰਨਾਂ ਦੇ ਵਿੱਚ ਰੂੰ ਵਾਲੇ ਤੂੰਬੇ ਲੈ ਕੇ ਸੁੱਤੀ ਪਈ ਆ। ਔਰ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਇੱਦਾਂ ਦੀ ਜਿਹੜੀ ਕੋਈ ਡਿਵੈਲਪਮੈਂਟਸ ਹੋ ਰਹੀਆਂ ਨੇ, ਇਹ ਕਿਉਂਕਿ ਪੰਜਾਬ ਇੱਕ ਬੜਾ ਵਿਲੱਖਣ ਸੂਬਾ ਆ। ਅੱਛਾ ਗੜੀ ਸਾਹਿਬ, ਜਦੋਂ ਮੈਂ ਵੀ ਉੱਥੇ ਸੀਗਾ ਜਦੋਂ ਇਹ ਬਿਆਨ ਦਿੱਤਾ ਸੁਖਬੀਰ ਸਿੰਘ ਬਾਦਲ ਹੋਣਾ ਨੇ, ਸਵਾਲ ਉਹਨਾਂ ਨੂੰ ਕੀਤੇ ਗਏ ਕਿ ਕੀ ਤੁਹਾਡੀ ਕਿਸੇ ਨਾਲ ਗੱਲਬਾਤ ਚੱਲ ਰਹੀ ਹੈ? ਕਿਸੇ ਪਾਰਟੀਆਂ ਦੇ ਨਾਲ ਗੱਠਜੋੜ ਨੂੰ ਲੈ ਕੇ ਵੀ ਸਵਾਲ ਕੀਤੇ। ਉਹ ਕਹਿੰਦੇ ਸਾਡੀ ਗੱਲ ਚੱਲ ਰਹੀ ਹੈ। ਤੁਹਾਡੇ ਧਿਆਨ 'ਚ ਕੋਈ ਗੱਲ ਹੈ ਕੋਈ ਕਿ ਅਕਾਲੀ ਦਲ ਨੇ ਕੋਈ ਗੱਲ ਕੀਤੀ ਹੋਵੇ ਬਸਪਾ ਨਾਲ? ਕਿਉਂਕਿ ਤੁਸੀਂ ਵੀ ਪੰਜਾਬ ਦੇ ਪ੍ਰਧਾਨ ਹੋ, ਤੁਹਾਡੇ ਕੋਲ ਵੀ ਜਿਹੜੀ ਫੀਡਬੈਕ ਮਾਇਆਵਤੀ ਹੋਣਾ ਦੇ ਵੱਲੋਂ ਲਈ ਜਾਂਦੀ ਹੋਊਗੀ ਕਿ ਪੰਜਾਬ ਦੇ ਵਿੱਚ ਕੀ ਡਿਵੈਲਪਮੈਂਟਸ ਹੋ ਰਹੀਆਂ ਨੇ। ਕੋਈ ਇੱਦਾਂ ਦੇ ਸੰਕੇਤ ਮਿਲੇ ਨੇ ਤੁਹਾਨੂੰ? ਬਿਲਕੁਲ, ਮੈਂ ਫਿਰ ਬੇਨਤੀ ਕਰਦਾ ਕਿ ਬਹੁਜਨ ਸਮਾਜ ਪਾਰਟੀ ਦੇ ਵਿੱਚ ਪ੍ਰਧਾਨ ਹੋਣਾ ਔਰ ਬੂਥ ਦਾ ਵਰਕਰ ਹੋਣਾ ਇੱਕੋ ਜਿਹੀ ਗੱਲ ਹੈ।
ਇਹ ਕਿਉਂਕਿ ਅਸੀਂ ਸਾਰੇ ਹੀ ਇੱਕ ਮਿਸ਼ਨਰੀ ਭਾਵਨਾ ਦੇ ਤਹਿਤ ਕੰਮ ਕਰਦੇ ਆ। ਇੱਥੇ ਪ੍ਰਧਾਨਗੀ ਆਉਂਦੀ ਜਾਂਦੀ ਰਹਿੰਦੀ ਆ, ਕੋਈ ਸਟੇਬਲ, ਅਸੀਂ ਆਪਣੇ ਆਪ ਨੂੰ ਹਮੇਸ਼ਾ ਵਰਕਰ ਮੰਨੀਦਾ ਆ। ਔਰ ਸਾਡੇ ਇੱਕੋ ਹੀ ਨੇਤਾ ਆ ਭੈਣ ਕੁਮਾਰੀ ਮਾਇਆਵਤੀ ਜੀ, ਔਰ ਉਹਨਾਂ ਤੱਕ ਕੋਈ ਗੱਲਬਾਤ ਇਦਾਂ ਦੀ ਚੱਲਦੀ ਹੋਵੇ, ਜ਼ਰੂਰ ਚੱਲਦੀ ਹੋਣੀ ਆ, ਕਿਉਂਕਿ ਹਰ ਪਾਰਟੀ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਤੁਸੀਂ ਬਸਪਾ ਦੇ ਵਿੱਚ, ਤਾਂ ਮਹਿਸੂਸ ਕਰਦੇ ਹੋ ਕਿ ਜੇਕਰ ਅਕਾਲੀ ਦਲ ਹੱਥ ਵਧਾਉਂਦਾ ਅੱਗੇ ਤੇ ਬਸਪਾ ਅੱਗੇ ਹੱਥ ਵਧਾਊਗੀ? ਬਾਏ ਨਾਟ ਭੈਣ ਜੀ ਨੇ ਫੈਸਲਾ ਕਰਨਾ ਇਸ ਗੱਲ ਦਾ, ਔਰ ਅਸੀਂ ਭੈਣ ਜੀ ਦੇ ਨਾਲ ਖੜੇ ਆ। ਜੇਕਰ ਉਹ ਉਹਨਾਂ ਦਾ ਹੱਥ ਫੜਦੇ ਆ ਜਾਂ ਛੱਡਦੇ ਆ, ਅਸੀਂ ਫੜਦੇ ਆ ਤਾਂ ਵੀ ਨਾਲ ਖੜੇ ਆ, ਜੇ ਛੱਡਦੇ ਆ ਤਾਂ ਵੀ ਨਾਲ ਖੜੇ। ਅਸੀਂ ਆਪਣੀ ਨੇਤਾ ਨਾਲ ਖੜੇ ਆ। ਅੱਛਾ, ਇਦਾਂ ਦਾ ਇੱਕ ਬਿਆਨ ਮੈਂ ਇੰਟਰਵਿਊ ਕੀਤਾ ਸੀਗਾ ਮਦਨ ਮੋਹਨ ਮਿੱਤਲ ਹੋਣਾ ਦੇ ਨਾਲ, ਜੋ ਬੀਜੇਪੀ ਦੇ ਲੀਡਰ ਨੇ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਅਸੀਂ ਵਿਚਾਰ ਕਰ ਰਹੇ ਹਾਂ ਮੁੱਖ ਮੰਤਰੀ ਦਾ ਚਿਹਰਾ ਦਲਿਤ ਹੋਊਗਾ। ਤਾਂ ਇਹਨਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ? ਜੇ ਬੀਜੇਪੀ ਹੱਥ ਵਧਾਉਂਦੀ ਹੈ ਅੱਗੇ ਤੇ ਬਸਪਾ ਅੱਗੇ ਵਧੂਗੀ? ਉਹਨਾਂ ਨੇ ਤਾਂ ਤੁਹਾਨੂੰ ਵੱਡੀ ਆਫਰ ਦਿੱਤੀ ਹੈ। ਬਿਲਕੁਲ, ਮੈਂ ਉਹ ਗੱਲ ਵਿੱਚ ਰਹਿ ਗਈ ਸੀ, ਫਿਰ ਜੁੜ ਗਈ ਆ ਕਿ ਪੰਜਾਬ ਇੱਕ ਵਿਲੱਖਣ ਸੂਬਾ ਆ। ਇੱਥੇ 35% ਵੋਟਰ ਜਿਹੜਾ ਅਨੁਸੂਚਿਤ ਜਾਤੀ ਵਰਗਾਂ ਚੋਂ ਆਉਂਦਾ, ਔਰ ਪੰਜਾਬ ਦੀ ਜਿਹੜੀ ਇਹਦਾ ਮਤਲਬ ਤੀਜਾ ਹਿੱਸਾ ਆਬਾਦੀ, ਜੇ 3 ਕਰੋੜ ਪਾਪੂਲੇਸ਼ਨ ਹੈ ਤਾਂ 1 ਕਰੋੜ ਤੋਂ ਜ਼ਿਆਦਾ ਆਬਾਦੀ ਸ਼ਡਿਊਲ ਕਾਸਟ ਦੀ ਆ। ਇਹਦਾ ਮਤਲਬ 60% ਉਹਦਾ ਵੋਟਰ ਹੁੰਦਾ ਤਾਂ 60 ਲੱਖ ਵੋਟਾਂ ਜਿਹੜੀਆਂ ਦਲਿਤਾਂ ਦੀਆਂ ਨੇ, ਸ਼ਡਿਊਲ ਕਾਸਟਾਂ ਦੀਆਂ ਨੇ। ਔਰ ਖੁਸ਼ੀ ਦੀ ਗੱਲ ਇਹ ਆ ਕਿ 45 ਲੱਖ 50 ਲੱਖ ਨਾਲ ਮੁੱਖ ਮੰਤਰੀ ਬਣ ਜਾਂਦਾ ਪੰਜਾਬ ਦਾ। ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ 50 ਲੱਖ ਵੋਟਾਂ ਨਾਲ ਹੈ। ਪਹਿਲਾਂ 10 ਸਾਲ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਰਾਜ ਰਿਹਾ, 40 ਲੱਖ ਵੋਟਾਂ ਨਾਲ ਰਿਹਾ, ਤਾਂ ਇਹ 60 ਲੱਖ ਵੋਟਾਂ ਵੀ ਹੈ। ਤੇ ਜੇ ਇਹ ਬਿਆਨ ਆਇਆ ਆ ਕਿ ਮੁੱਖ ਦਲਿਤ ਡਿਪਟੀ ਸੀਐਮ ਜਿਹੜਾ ਆ ਦਲਿਤ ਚਿਹਰਾ ਹੋਵੇ, ਤਾਂ ਮੈਨੂੰ ਇਦਾਂ ਲੱਗਦਾ ਕਿ ਇਹ ਗੱਲ ਜਿਹੜੀ ਆ ਪੰਜਾਬ ਦੀ ਧਰਤੀ ਤੇ ਬਾਰ-ਬਾਰ ਕਹੀ ਗਈ ਆ। ਜਦੋਂ ਬਾਬਾ ਸਾਹਿਬ ਅੰਬੇਡਕਰ ਜਲੰਧਰ ਆਏ ਉਦੋਂ ਉਹ ਕਹਿ ਕੇ ਗਏ ਸੀ। ਉਸ ਤੋਂ ਪਹਿਲਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੰਥ ਸਾਜਿਆ ਗਿਆ, ਖਾਲਸਾ ਪੰਥ। ਕੱਲ੍ਹ 13 ਅਪ੍ਰੈਲ ਵਿਸਾਖੀ ਆਪਾਂ ਮਨਾਈ ਆ, ਤਾਂ ਦਸ਼ਮੇਸ਼ ਪਿਤਾ ਨੇ ਵੀ ਇਹ ਗੱਲ ਕਹੀ ਸੀ, ਇਨ ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ। ਤਾਂ ਇਸ ਕਰਕੇ ਇਹ ਜਿਹੜਾ ਇੱਕ ਇਤਿਹਾਸਕ ਹੈਗਾ, ਕਿਸੇ ਨਾ ਕਿਸੇ ਤਰੀਕੇ ਨਾਲ ਮਾਨਯੋਗ ਸੁਖਬੀਰ ਬਾਦਲ ਜੀ ਦੇ ਅੰਦਰੋਂ ਜਿਹੜੇ ਗੁਰੂ ਸਾਹਿਬ ਦੀ ਸਿਧਾਂਤਕ ਜਿਹੜੀ ਆਵਾਜ਼ ਹੈ ਉਹ ਨਿਕਲੀ ਆ, ਔਰ ਬਹੁਜਨ ਸਮਾਜ ਪਾਰਟੀ ਇਹਦਾ ਸਵਾਗਤ ਕਰਦੀ ਆ। ਤਾਂ ਕੋਈ ਇੱਕ ਗੱਲ ਇਹ ਵੀ ਹੈ ਕਿ ਪਿਛਲੇ, ਜੇ ਮੈਂ ਗਲਤ ਨਾ ਹੋਵਾਂ ਤਾਂ ਪਿਛਲੇ 2.5-3 ਦਹਾਕਿਆਂ ਤੋਂ ਦਲਿਤ ਚਿਹਰਾ ਨਹੀਂ ਅੱਗੇ ਆਇਆ। ਜੇ ਦੇਖੀਏ, ਚਲੋ ਦਾਅਵੇ ਜ਼ਰੂਰ ਸਾਰੇ ਕਰਦੇ ਹੋਣਗੇ, ਚਾਹੇ ਵੋਟਾਂ ਵੀ ਕਹਿੰਦੇ ਆ ਕਿ ਅਸੀਂ ਲੈਣੀਆਂ ਨੇ, ਸੀਐਮ ਜਾਂ ਡਿਪਟੀ ਸੀਐਮ ਇਦਾਂ ਦੀ ਗੱਲਾਂ ਹੁੰਦੀਆਂ ਨੇ, ਪਰ ਕਿਤੇ ਐਂ ਤਾਂ ਨਹੀਂ ਕਿ ਸਿਰਫ ਇਹ ਵੋਟਾਂ ਲੈਣ ਦਾ ਹੀ ਇੱਕ ਗੇੜ ਹੋਵੇ? ਕੁਛ ਵੀ ਹੋ ਸਕਦਾ ਆ। ਹਰ ਪਾਰਟੀ ਨੂੰ ਦੇਖੋ, ਜਦੋਂ ਕੋਈ ਉਹ ਲਾਰਾ ਲਾਉਂਦੀ ਆ ਜਾਂ ਨਾਅਰਾ ਦਿੰਦੀ ਆ, ਉਹਦੇ ਪਿੱਛੇ ਜੇ ਤਾਂ ਉਹ ਇਮਾਨਦਾਰੀ ਹੋਵੇ ਤਾਂ ਉਹ ਸੱਚ ਸਾਹਮਣੇ ਆ ਜਾਂਦਾ ਆ। ਜਿੱਦਾਂ ਕੈਪਟਨ ਕਾਂਗਰਸ ਸਰਕਾਰ ਨੇ ਜਦੋਂ ਤਾਂ ਉਹਨਾਂ ਨੇ ਵਾਅਦਾ ਕੀਤਾ ਸੀ, ਗੁਟਕਾ ਸਾਹਿਬ ਵੀ ਮੱਥੇ ਨੂੰ ਲਾ ਲਿਆ, ਦਮਦਮਾ ਸਾਹਿਬ ਵੱਲ ਨੂੰ ਹੱਥ ਵੀ ਕਰ ਦਿੱਤਾ ਸੀ, ਦਸ਼ਮੇਸ਼ ਪਿਤਾ ਦੀ ਸਹੁੰ ਵੀ ਖਾ ਲਈ ਸੀ, ਲੇਕਿਨ ਉਹ ਮੁੱਖ ਮੰਤਰੀ ਕਾਂਗਰਸ ਦਾ ਝੂਠਾ ਇੰਨਾ ਸਾਬਤ ਹੋਇਆ ਕਿ ਜਿਹੜਾ 4 ਹਫ਼ਤਿਆਂ 'ਚ ਨਸ਼ਾ ਖਤਮ ਕਰਾਂਗਾ ਉਹ ਪਿਛਲੇ ਮਹੀਨੇ ਮੁੱਕਰ ਗਿਆ। ਘਰ ਘਰ ਨੌਕਰੀ ਦੇਣ ਦੇ ਮਾਮਲੇ ਦੇ ਉੱਤੇ ਕਾਂਗਰਸ ਦਾ ਮੁੱਖ ਮੰਤਰੀ ਮੁੱਕਰ ਗਿਆ। ਕਾਂਗਰਸ ਦਾ ਮੁੱਖ ਮੰਤਰੀ ਬੇਰੁਜ਼ਗਾਰ ਨੌਜਵਾਨਾਂ ਨੂੰ ਭੱਤਾ ਦੇਣ ਦੇ ਨਾਂ 'ਤੇ ਮੁੱਕਰ ਗਿਆ। ਗਰੀਬਾਂ ਨੂੰ ਖੰਡ ਦਾਲ ਘਿਓ ਦੇਣ ਦੇ ਨਾਂ 'ਤੇ ਮੁੱਕਰ ਗਿਆ। 51,000 ਸ਼ਗਨ ਦੇਣ ਦੇ ਨਾਂ 'ਤੇ ਮੁੱਕਰ ਗਿਆ, ਔਰ ਘਰ ਘਰ ਨੌਕਰੀ ਦੇਣ 'ਤੇ ਨੌਜਵਾਨਾਂ ਮੁੱਕਰ ਗਿਆ, ਹਰ ਚੀਜ਼ 'ਚ ਮੁੱਕਰ ਗਿਆ। ਤਾਂ ਇਸ ਕਰਕੇ ਜੇ ਹਾਕਮ ਸੱਚਾ ਹੋਵੇ, ਜੇ ਰਾਜਨੀਤਿਕ ਪਾਰਟੀ ਸੱਚੀ ਹੋਵੇ, ਜਦੋਂ ਉਹ ਸੱਤਾ 'ਚ ਬਹਿੰਦੀ ਆ ਉਹ ਵਾਅਦਾ ਤੁਰੰਤ ਪੂਰਾ ਕਰਦੀ ਆ। ਜੇ ਧੋਖਾ ਦੇਣਾ ਹੁੰਦਾ ਆ ਫਿਰ ਉਹ ਵਾਅਦਾ ਆਖਰਲੇ 6 ਮਹੀਨਿਆਂ 'ਚ ਪੂਰਾ ਕਰਦੀ ਆ। ਇਸ ਕਰਕੇ ਜੇ ਭਾਜਪਾ ਨੇ ਕਦੇ ਇਹ ਬਿਆਨ ਲਾਇਆ ਕਿ ਦਲਿਤ ਸੀਐਮ ਅਸੀਂ ਦੇਵਾਂਗੇ, ਤੇ ਭਾਜਪਾ ਕਿਉਂ ਸੋਚ ਰਹੀ ਆ? ਭਾਜਪਾ ਕਿਉਂ ਸੋਚ ਰਹੀ ਆ? ਉਹਨਾਂ ਦਾ ਉੱਤਰ ਪ੍ਰਦੇਸ਼ 'ਚ ਰਾਜ ਹੈ, ਉੱਥੇ ਕਿਉਂ ਨਹੀਂ ਦਲਿਤ ਸੀਐਮ ਲਾ ਦਿੰਦੇ? ਉਹਨਾਂ ਦਾ ਮੱਧ ਪ੍ਰਦੇਸ਼ 'ਚ ਰਾਜ ਹੈ, ਉੱਥੇ ਕਿਉਂ ਨਹੀਂ ਸੀਐਮ ਦਲਿਤ ਲਾ ਦਿੰਦੇ? ਉਹਨਾਂ ਦਾ 14 ਸਟੇਟਾਂ 'ਚ ਰਾਜ ਹੈ, ਮੈਂ ਕਹਿੰਦਾ 1-2 ਤੇ ਤਾਂ ਲਾਦਾ ਹੈ। ਇਸ ਕਰਕੇ ਝੂਠ ਦੀਆਂ ਪੰਡਾਂ ਨੇ ਬਹੁਜਨ ਸਮਾਜ ਪਾਰਟੀ। ਤੁਹਾਨੂੰ ਤਾਂ ਆਫਰ ਸਾਰੇ ਦੇਣਗੇ, ਕਿਉਂਕਿ ਮੈਂ ਪਿਛਲੀ ਵਾਰ ਜਲੰਧਰ ਦੇ ਵਿੱਚ ਜੇ ਤੁਹਾਡੀ ਪਰਫਾਰਮੈਂਸ ਦੇਖੀਏ ਤਾਂ ਜਲੰਧਰ 'ਚ ਪਰਫਾਰਮੈਂਸ ਤੁਹਾਡੀ 19 ਦੇ ਵਿੱਚ ਬਹੁਤ ਜ਼ਬਰਦਸਤ ਰਹੀ ਸੀਗੀ, ਐਨ ਕੰਢੇ ਤੇ ਆ ਕੇ ਮੈਚ ਫਸਵਾਂ ਸੀਗਾ। ਤਾਂ ਤੁਹਾਨੂੰ ਪਾਰਟੀਆਂ ਹਰ ਇੱਕ ਸੱਦਾ ਦੇਣਗੀਆਂ, ਪਰ ਤੁਸੀਂ ਕਿਹਨਾਂ ਜਾਣਾ ਚਾਹੋਗੇ? ਦੇਖੋ, ਬਹੁਜਨ ਸਮਾਜ ਪਾਰਟੀ ਜਿੱਥੇ ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਨੇਤਾ ਫੈਸਲਾ ਦੇਣਗੇ ਅਸੀਂ ਉੱਥੇ ਜਾਵਾਂਗੇ। ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ, ਤੁਸੀਂ ਗਰਾਊਂਡ ਤੇ ਕੰਮ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਜਾ ਕੇ ਦੱਸਣੀ, ਫੀਡਬੈਕ ਤੁਸੀਂ ਦੇਣੀ ਆ। ਤੁਸੀਂ ਮਹਿਸੂਸ ਕੀ ਕਰਦੇ ਹੋ, ਅਕਾਲੀ ਦਲ, ਕਾਂਗਰਸ ਕਿ ਬੀਜੇਪੀ? ਅਸੀਂ ਆਪਣੀ ਫੀਡਬੈਕ ਦਿੱਤੀ ਆ। ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਆ ਕਿ ਬਹੁਜਨ ਸਮਾਜ ਪਾਰਟੀ ਇਸ ਵਾਰੀ ਚੰਡੀਗੜ੍ਹ ਦੀ ਵਿਧਾਨ ਸਭਾ ਦਾ ਮੂੰਹ ਦੇਖਣਾ ਚਾਹੁੰਦੀ ਆ। 1997 ਤੋਂ ਲੈ ਕੇ ਅੱਜ ਤੱਕ 24 ਸਾਲ ਹੋ ਚੁੱਕੇ ਆ, ਅਸੀਂ ਚੰਡੀਗੜ੍ਹ ਦੀ ਵਿਧਾਨ ਸਭਾ ਦਾ ਹਾਥੀ ਨੇ ਮੂੰਹ ਨਹੀਂ ਦੇਖਿਆ। ਔਰ ਭੈਣ ਕੁਮਾਰੀ ਮਾਇਆਵਤੀ ਜੀ ਨੇ ਇਸ ਗੱਲ ਲਈ ਆਸ਼ੀਰਵਾਦ ਦਿੱਤਾ ਆ, ਇਸ ਗੱਲ ਲਈ ਉਹਨਾਂ ਨੇ ਭਰੋਸਾ ਸਾਨੂੰ ਦਿੱਤਾ ਹੈਗਾ ਆ ਕਿ ਇਸ ਵਾਰੀ ਸਾਹਿਬ ਕਾਂਸ਼ੀ ਰਾਮ ਜੀ ਦੀ ਧਰਤੀ ਆ ਪੰਜਾਬ। ਔਰ ਉਹ ਕਹਿੰਦੇ ਸੀ ਮੇਰਾ ਵੀ ਸੁਪਨਾ ਆ, ਲੇਕਿਨ ਕੁਝ ਹਾਲਾਤ ਇੱਦਾਂ ਦੇ ਕਦੇ ਨਹੀਂ ਬਣੇ ਕਿ BSP ਜਿਹੜੀ ਆ ਉਹ ਚੰਡੀਗੜ੍ਹ 'ਚ ਅਸੀਂ ਧੱਕ ਸਕੀਏ, ਬਾੜ ਸਕੀਏ। ਲੇਕਿਨ ਇਸ ਵਾਰੀ
2022 ਦਾ ਜਿਹੜਾ ਮਾਹੌਲ ਹੈ, ਭੈਣ ਜੀ ਨੇ ਇਹ ਗੱਲ ਸਪੈਸ਼ਲ ਤੌਰ ਤੇ ਕਹੀ, ਬੜਾ ਮਾਹੌਲ ਅੱਛਾ ਆ, ਪਾਰਟੀ ਲਈ ਫੇਵਰੇਬਲ ਹੈ। ਔਰ ਅਸੀਂ ਭੈਣ ਜੀ ਦੇ ਨਾਲ ਜਿਹੜੇ ਸਾਡੇ ਰਾਸ਼ਟਰੀ ਨੇਤਾ ਆ, ਕਿਉਂਕਿ ਮੈਂ ਪਾਰਟੀ ਸਾਡੀ ਬੜੀ ਡਿਸਪਲਿਨਡ ਪਾਰਟੀ ਆ, ਅਸੀਂ ਕਦੇ ਵੀ ਆਪਣੀ ਡਿਸਪਲਿਨ ਦੇ ਦਾਇਰਿਆਂ ਨੂੰ ਤੋੜਦੇ ਨਹੀਂ, ਸੁਪਨੇ 'ਚ ਵੀ ਨਹੀਂ ਤੋੜਦੇ। ਇਹ ਤਾਂ ਤੁਸੀਂ ਤਾਂ ਮੇਰੇ ਨਾਲ ਲਾਈਵ ਕੁਐਸਚਨ ਕਰ ਰਹੇ ਆ, ਤਾਂ ਇਸ ਕਰਕੇ ਇਹ ਸਾਰੇ ਦਾ ਸਾਰਾ ਜਿਹੜਾ ਦਾਰੋਮਦਾਰ ਉਹਨਾਂ ਤੇ ਖੜਾ ਆ। ਅਸੀਂ ਉਹਨਾਂ ਦੀ ਹਰ ਗੱਲ ਨੂੰ ਫੁੱਲ ਚੜਾ। ਬੜੀ ਕਹੀ ਜਾਂਦੀ ਹੈ ਕਿ ਬੀਬੀ ਮਾਇਆਵਤੀ ਹੋਣਾ ਦੇ ਰਿਲੇਸ਼ਨ ਪ੍ਰਕਾਸ਼ ਸਿੰਘ ਬਾਦਲ ਹੋਣਾ ਨਾਲ ਬਹੁਤ ਨੇੜਤਾ, ਭੈਣ ਭਰਾ ਵਾਲਾ ਰਿਸ਼ਤਾ ਹੈਗਾ, ਤਾਂ ਜ਼ਿਆਦਾ ਸੰਭਾਵਨਾ ਜਾਂ ਜ਼ਿਆਦਾ ਸੰਕੇਤ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੇ ਨਾਲ ਹੀ ਜੁੜਦੇ ਆ ਫਿਰ? ਨਹੀਂ, ਮੈਂ ਸੰਕੇਤ, ਮੈਨੂੰ ਤਾਂ ਜੋ ਭੈਣ ਜੀ ਸੰਕੇਤ ਦਊਗੀ, ਮੈਨੂੰ ਮੇਰੀ ਰਾਸ਼ਟਰੀ ਨੇਤਾ ਸੰਕੇਤ ਦਊਗੀ, ਅਸੀਂ ਤਾਂ ਉਸ ਸੰਕੇਤ ਨੂੰ ਮੰਨਾਂਗੇ। ਤੁਹਾਡੀ ਕੀ ਤਿਆਰੀ ਆ 2022 ਨੂੰ ਲੈ ਕੇ? ਕੀ ਤਿਆਰੀ ਆ 117 ਕਿ ਜਾਂ ਫਿਰ ਘੱਟ ਜਾਂ ਵੱਧ ਕੇ ਕੀ ਤਿਆਰੀ ਹੈ? ਜਿਹੜਾ ਸੰਗਠਨ ਸਾਡੀ ਡਿਊਟੀ ਪਾਰਟੀ ਨੇ ਲਾਈ 117 ਵਿਧਾਨ ਸਭਾਵਾਂ ਤੇ ਸੰਗਠਨ ਤਿਆਰ ਕਰੋ। ਅਸੀਂ 117 ਵਿਧਾਨ ਸਭਾਵਾਂ 'ਚ ਆਪਣੀ ਪਾਰਟੀ ਦਾ ਕੇਡਰ ਜਿਹੜਾ ਆ ਉਹ ਖੜਾ ਕੀਤਾ। ਅਸੀਂ ਪਿਛਲੇ ਦਿਨੀ 2 ਅਪ੍ਰੈਲ ਨੂੰ ਇੱਕ ਵੱਡੀ ਰੈਲੀ ਰੱਖ ਕੇ ਚੈੱਕ ਕੀਤਾ। 2 ਅਪ੍ਰੈਲ ਦੀ ਰੈਲੀ ਪਿਛਲੇ 2, 3, 4, 5 ਸਾਲਾਂ 'ਚ ਕੋਈ ਵੀ ਰਾਜਨੀਤਿਕ ਪਾਰਟੀ ਐਡੀ ਵੱਡੀ ਰੈਲੀ ਨਹੀਂ ਕਰ ਸਕੀ ਜਿਹੜੀ 2 ਅਪ੍ਰੈਲ ਨੂੰ ਅਸੀਂ ਰੋਪੜ ਕੀਤੀ ਆ। 2 ਅਪ੍ਰੈਲ ਨੂੰ ਰੋਪੜ ਕੀਤੀ, ਔਰ ਉਹਦੇ ਨਾਲ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਆ ਉਹ ਹਿਲ ਜੁਲ ਚ। ਗੜੀ ਸਾਹਿਬ ਕਿ ਬਸਪਾ ਦੀਆਂ ਰੈਲੀਆਂ 'ਚ ਬਹੁਤ ਵੱਡੇ ਵੱਡੇ ਇਕੱਠ ਹੁੰਦੇ ਰਹੇ ਆ, ਇਹ ਕੋਈ ਦੋ ਰਾਏ ਵਾਲੀ ਗੱਲ ਨਹੀਂ ਗੀ, ਪਰ ਵੋਟਾਂ ਦੇਣ ਵਾਲੇ ਇਕੱਠ ਕਿੱਥੇ ਚਲੇ ਜਾਂਦੇ ਆ? ਮੈਂ ਫਿਰ ਬੇਨਤੀ ਕਰਦਾ ਕਿ ਰੈਲੀ ਹੀ ਵੋਟਾਂ ਦੇ ਇਕੱਠ 'ਚ ਬਦਲਦੀ ਆ। ਜਦੋਂ ਬਦਲਦੀ ਆ 4% ਵੋਟ, 6% ਵੋਟ, ਇਹਨੂੰ ਮੇਨਟੇਨ ਰੱਖਣਾ ਬੜੀ ਗੱਲ ਹੈ। ਮਨਪ੍ਰੀਤ ਬਾਦਲ ਨੇ 6% ਵੋਟ ਲਈ ਆ, ਅਗਲੀ ਵਾਰੀ ਇਲੈਕਸ਼ਨ ਲੜਨ ਦਾ ਹੌਸਲਾ ਨਹੀਂ ਪਿਆ, ਅਗਲੀ ਵਾਰੀ ਹੌਸਲਾ ਨਹੀਂ ਪਿਆ। ਆਮ ਆਦਮੀ ਪਾਰਟੀ ਕਿੱਡੀ ਵੱਡੀ ਪਾਰਟੀ ਆ, ਅੱਜ ਉਹਦੇ ਕੋਲ 7% ਵੋਟ ਹੈ। 2019 ਦਾ ਜਿਹੜਾ ਇਲੈਕਸ਼ਨ ਨਿਕਲ ਕੇ ਗਿਆ 7% ਵੋਟ, ਉਹਨਾਂ ਦੇ ਕੋਲ ਸਿਰਫ 7% ਵੋਟ ਹੈ ਨਹੀਂ ਤਾਂ ਵੀ ਹੈ। ਔਰ ਉਹਨਾਂ ਦੇ ਕੋਲ ਫੈਕਟਰੀਆਂ ਦੇ ਮਾਲਕ, ਉਹਨਾਂ ਕੋਲ ਵੱਡੇ ਵਪਾਰੀ, ਉਹਨਾਂ ਕੋਲ ਵੱਡੇ ਜ਼ਮੀਨਾਂ ਦੇ ਮਾਲਕ, ਸਾਡੇ ਕੋਲ ਕੀ ਹੈ ਗਰੀਬਾਂ ਮਜ਼ਦੂਰਾਂ ਕੋਲ, ਲੇਕਿਨ ਅਸੀਂ ਫਿਰ ਵੀ ਆਪਣੇ ਆਪ ਨੂੰ ਮੇਨਟੇਨ ਰੱਖਿਆ ਆ। ਔਰ ਪਾਰਟੀ ਦਾ ਨੈਸ਼ਨਲ ਸਟੇਟਸ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਮੈਂ ਇੱਦਾਂ ਦੀਆਂ ਪਾਰਟੀਆਂ ਗਿਣਾਉਣਾ ਜਿਹੜੀਆਂ ਖੇਤਰੀ ਪਾਰਟੀਆਂ, ਉਹ ਚਾਹੇ ਉਹਨਾਂ ਕੋਲ ਸਾਧਨ ਵੱਡੇ ਆ, ਚਾਹੇ ਉਹ ਰਾਜ ਕਰਦੀਆਂ, ਲੇਕਿਨ ਉਹਨਾਂ ਨੂੰ ਬੜਾ ਸਟਰਗਲ ਕਰਨਾ ਪੈਂਦਾ ਬਾਹਰਲੇ ਸੂਬਿਆਂ ਜਾ ਕੇ। ਜਦੋਂ ਇੱਕ ਚੀਜ਼ ਸਪਸ਼ਟ ਹੈ ਕਿ ਤੁਸੀਂ 22 ਦੇ ਲਈ 117 ਸੀਟਾਂ ਦੇ ਉੱਪਰ ਤਿਆਰੀ ਕਰ ਰਹੇ ਹੋ, ਸੰਗਠਨ ਦੀ ਤਿਆਰੀ। ਜੇ ਭੈਣ ਕੁਮਾਰੀ ਮਾਇਆਵਤੀ ਜੀ ਕਹਿਣਗੇ 117 ਲੜੋ ਤਾਂ 117 ਲੜਾਂਗੇ। ਜੇ ਭੈਣ ਕੁਮਾਰੀ ਮਾਇਆਵਤੀ ਜੀ ਕਹਿਣਗੇ ਕਿ ਇਸ ਤਰੀਕੇ ਨਾਲ ਲੜੋ, ਮੇਲ ਜੋਲ ਨਾਲ ਲੜੋ, ਤਾਂ ਅਸੀਂ ਉੱਦਾਂ ਲੜਾਂਗੇ। ਦਾ ਇਸ਼ਾਰਾ ਕੀ ਹੈ ਕਿ 117 ਦੇ ਉੱਪਰ ਸੰਗਠਨ ਤਿਆਰ ਕਰੋ? ਨਹੀਂ, ਹਲੇ ਤੱਕ ਕੋਈ ਇਸ਼ਾਰਾ ਨਹੀਂ ਆਇਆ, ਹਲੇ ਕੋਈ ਇਸ਼ਾਰਾ ਨਹੀਂ ਆਇਆ। ਧੰਨਵਾਦ ਗੜੀ ਸਾਹਿਬ ਗੱਲਬਾਤ ਕਰ ਲਈ। ਸੋ ਵਿਸਤਾਰ ਦੇ ਨਾਲ ਗੱਲਬਾਤ ਕੀਤੀ ਹੈ, ਕਈ ਚੀਜ਼ਾਂ ਵਿੱਚੋਂ ਨਿਕਲ ਕੇ ਵੀ ਸਾਹਮਣੇ ਆਉਂਦੀਆਂ ਨੇ ਕਿ ਸੰਗਠਨ ਬਣਾਉਣਾ ਪਵੇਗਾ ਇਹਨਾਂ ਨੂੰ ਜੇਕਰ ਪੰਜਾਬ ਦੇ ਵਿੱਚ ਇਹ ਚੋਣ ਲੜਨਗੇ, ਕਿਉਂਕਿ ਸੰਕੇਤ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਦਿੱਤੇ ਗਏ ਨੇ ਬੀਬੀ ਮਾਇਆਵਤੀ ਵੱਲੋਂ ਕਿ ਇਸ ਵਾਰ ਜਿਹੜਾ ਮਾਹੌਲ ਹੈ ਉਹ ਸੁਖਾਵਾਂ ਆ, ਕਿ ਚੰਡੀਗੜ੍ਹ ਦੀ ਵਿਧਾਨ ਸਭਾ ਦਾ ਮੂੰਹ ਐਰਕੀ ਪੰਜਾਬ ਦੇ ਬਸਪਾ ਦੇ ਲੀਡਰ ਦੇਖ ਸਕਦੇ ਆ। 19 ਦੇ ਵਿੱਚ ਇੱਕ ਵੱਡਾ ਮੁਕਾਬਲਾ, ਜੇ ਜਲੰਧਰ ਸੀਟ ਦੀ ਗੱਲ ਕਰਾਂ, ਬਲਵਿੰਦਰ ਹੋਣਾ ਨੇ ਬਹੁਤ ਵੱਡਾ ਮੁਕਾਬਲਾ ਦਿੱਤਾ ਸੀ, ਬਿਲਕੁਲ ਐਨ ਕਿਨਾਰੇ ਦੇ ਉੱਪਰ ਆ ਕੇ ਉਹ ਹਾਰੇ ਸੀ, ਪਰ ਵੋਟ ਪਰਸੈਂਟੇਜ ਬਸਪਾ ਦਾ ਬਹੁਤ ਵੱਡਾ ਹੋਇਆ ਸੀ। ਪਰ ਅੱਜ ਜਿਹੜਾ ਸੁਖਬੀਰ ਸਿੰਘ ਬਾਦਲ ਹੋਣਾ ਨੇ ਬਿਆਨ ਦਿੱਤਾ ਹੈ, ਉਸ ਬਿਆਨ ਤੋਂ ਬਾਅਦ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਸਪਾ ਨੂੰ ਹਾਈ ਕਮਾਨ ਤੋਂ ਇਸ਼ਾਰੇ ਮਿਲ ਸਕਦੇ ਆ ਪੰਜਾਬ ਦੇ ਵਿੱਚ ਕਿ ਤੁਸੀਂ ਤਿਆਰੀ ਖਿੱਚੋ, ਕਿਉਂਕਿ ਸੰਕੇਤ ਜਿਹੜੇ ਆ ਹੁਣ ਡਿਪਟੀ ਸੀਐਮ ਦੇ ਆ ਰਹੇ ਆ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।